प्यारे दोस्तों ਤੁਹਾਡਾ ਸਵਾਗਤ है। ਅੱਜ ਪੰਜਾਬੀ ਦੀ ਜਾਣ ਪਛਾਣ ਬਾਰੇ ਅਗਲੇ ਅਧਿਆਏ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਜਾਵੇਗੀ। ਅੱਜ ਦੇ ਅਧਿਆਏ ਦੇ ਵਿੱਚ ਅਸੀਂ ਤੁਹਾਡੇ ਨਾਲ ਵਾਕ ਦੀਆਂ ਕਿਸਮਾਂ ਤੇ ਵਾਕ ਦੇ ਵਟਾਂਦਰੇ ਬਾਰੇ, ਵਾਕ ਤੇ ਉਪਵਾਕਾਂ ਦਾ ਆਪਸੀ ਮੇਲ, ਇਸ ਅਧਿਆਏ ਦੇ ਵਿੱਚ ਅਸੀਂ ਇਸ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਾਂਗੇ। ਵਾਕ ਜੋ ਕਿ ਵਿਆਕਰਣ ਦੇ ਵਿੱਚ ਵਾਕ ਨੂੰ ਤੀਜੇ ਭਾਗ ਦੇ ਵਿੱਚ ਮੰਨਿਆ ਜਾਂਦਾ ਹੈ। ਧੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨਿਆ ਜਾਂਦਾ ਹੈ। ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਧੁਨੀਆਂ ਦੇ ਮੇਲ ਨਾਲ ਹੀ ਸ਼ਬਦਾਂ ਦੀ ਰਚਨਾ ਹੁੰਦੀ ਹੈ। ਧੁਨੀਆਂ ਦੇ ਮੇਲ ਨਾਲ ਹੀ ਸ਼ਬਦ ਦੀ ਰਚਨਾ ਹੁੰਦੀ ਹੈ। ਤਾਂ ਇਸ ਤਰ੍ਹਾਂ ਨਾਲ ਸ਼ਬਦਾਂ ਦੀ ਵਿਸ਼ੇਸ਼ ਵਿਆਕਰਨਿਕ ਜੜਤ ਨਾਲ ਹੀ ਵਿਆਕਰਣ 'ਚ ਵਾਕ ਬਣਦੇ ਨੇ। ਸ਼ਬਦਾਂ ਦੀ ਜੜਤ ਤੋਂ ਭਾਵ ਹੈ ਜਿਸ ਤਰ੍ਹਾਂ ਨਾਲ ਰਾਮ ਨੇ ਸ਼ਾਮ ਨੂੰ ਘਰ ਬੁਲਾਇਆ। ਹੁਣ ਇਸ ਤਰ੍ਹਾਂ ਦੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਰਾਮ ਵੀ ਇੱਕ ਸ਼ਬਦ ਬਣ ਗਿਆ ਅੱਖਰਾਂ ਤੋਂ, ਰਾਮ ਨੇ ਵੀ ਇੱਕ ਅੱਖਰ ਬਣ ਗਿਆ ਜੋ ਸੰਬੰਧਕ ਦੇ ਰੂਪ ਵਿੱਚ ਹੈ। ਸ਼ਾਮ ਵੀ ਇੱਕ ਅੱਖਰ ਤੋਂ ਜੁੜ ਕੇ ਸ਼ਬਦ ਦੀ ਰਚਨਾ ਹੋਈ। ਨੂੰ ਇਹ ਵੀ ਸ਼ਬਦ ਦਾ ਰੂਪ ਬਣਿਆ। ਘਰ, ਘੱਗਾ ਰਾਰਾ ਘਰ, ਸ਼ਬਦਾਂ ਦੇ ਸੁਮੇਲ ਤੋਂ, ਅੱਖਰਾਂ ਦੇ ਸੁਮੇਲ ਤੋਂ ਸ਼ਬਦਾਂ ਦੀ ਰਚਨਾ ਹੋਈ। ਉਸੇ ਤਰ੍ਹਾਂ ਬੁਲਾਇਆ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਪਿੱਛੇ ਜਿਹੜੀ ਧੁਨੀ ਕੰਮ ਕਰਦੀ ਹੈ, ਰਾਮ ਆ ਦੀ ਆਵਾਜ਼ ਐੜੇ ਨੂੰ ਕੰਨੇ ਨਾਲ, ਨੇ ਏ ਦੀ ਆਵਾਜ਼, ਸ਼ਾਮ ਨੂੰ ਨਾਸਕੀ ਧੁਨੀ ਵੀ ਹੈ ਤੇ ਨਾਲੇ ਊ ਦੀ ਆਵਾਜ਼ ਵੀ ਹੈ। ਘਰ ਮੁਕਤ ਰੂਪ ਦੇ ਵਿੱਚ ਮੁਕਤਾ ਦੀ ਆਵਾਜ਼ ਆ ਰਹੀ ਹੈ। ਬੁਲਾਇਆ ਨਾਲ ਹੀ ਲਗਾ ਦੀ ਵਰਤੋਂ ਹੋ ਰਹੀ ਹੈ, ਨਾਲ ਹੀ ਅੱਖਰਾਂ ਦੇ ਸੁਮੇਲ ਨਾਲ ਸ਼ਬਦ ਦੀ ਰਚਨਾ ਹੋਈ ਹੈ। ਤਾਂ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਨਾਲ ਅੱਖਰਾਂ ਦੇ ਸੁਮੇਲ ਅਤੇ ਧੁਨੀਆਂ ਦੇ ਉਚਾਰਨ ਤੋਂ ਵਾਕ ਦੀ ਰਚਨਾ ਹੁੰਦੀ ਹੈ। ਵਾਕ ਪੂਰੇ ਬੋਲ ਨੂੰ ਕਿਹਾ ਜਾਂਦਾ ਹੈ। ਭਾਸ਼ਾ ਦੇ ਵਿਆਕਰਣ ਅਨੁਸਾਰ ਸਭ ਤੋਂ ਵੱਡੀ ਇਕਾਈ ਅਗਰ ਮੰਨੀ ਜਾਂਦੀ ਹੈ ਤਾਂ ਉਹ ਵਾਕ ਨੂੰ ਮੰਨਿਆ ਜਾਂਦਾ ਹੈ। ਵਾਕੰਸ਼, ਉਪਭਾਗ ਅਤੇ ਵਾਕ ਅਜਿਹੀਆਂ ਹੀ ਵਿਆਕਰਨਿਕ ਇਕਾਈਆਂ ਹਨ ਜਿਹੜੀਆਂ ਇੱਕ ਦੂਜੇ ਨਾਲ ਅੰਤਰ ਸੰਬੰਧਿਤ ਹੁੰਦੀਆਂ ਹਨ। ਇਹ ਬਿਲਕੁਲ ਇੱਕ ਦੂਜੇ ਦੇ ਨਾਲ ਜੁੜੀਆਂ ਹੁੰਦੀਆਂ। ਇਹਨਾਂ ਦਾ ਇੱਕ ਦੂਜੇ ਦੇ ਨਾਲ ਪੂਰਾ ਸੰਪਰਕ ਹੁੰਦਾ ਹੈ। ਇਹਨਾਂ ਨੂੰ ਇੱਕ ਦੂਜੇ ਦੇ ਸਤੰਭ ਵਿੱਚ ਸਮਝਿਆ ਜਾ ਸਕਦਾ ਹੈ। ਹੁਣ ਜੇ ਅਸੀਂ ਗੱਲ ਕਰੀਏ ਤਾਂ ਪੂਰੇ ਦਾ ਪੂਰਾ ਇਹ ਵਾਕ ਜੋ ਹੈ ਉਹ ਇਕਹਿਰਾ ਵਾਕ ਹੈ, ਜਿਸ ਨੂੰ ਅਸੀਂ ਇਕਹਿਰਾ ਰੂਪ ਕਹਿ ਸਕਦੇ ਹਾਂ। ਇੱਕ ਪੂਰਨ ਵਾਕ ਰੂਪ ਹੈ, ਸਧਾਰਨ ਵਾਕ ਰੂਪ ਹੈ। ਤਾਂ ਇਸ ਤਰ੍ਹਾਂ ਨਾਲ ਇਹ ਇਕਾਈ ਆਪਸ ਦੇ ਵਿੱਚ ਅੰਗ ਅਤੇ ਸਮੁੱਚ ਦੇ ਰਿਸ਼ਤੇ ਵਿੱਚ ਬੱਝੀਆਂ ਹੋਈਆਂ ਹਨ। ਇਸ ਵਿੱਚ ਭਾਸ਼ਾ ਦਾ ਵਿਆਕਰਨਿਕ ਨੇਮ ਪ੍ਰਬੰਧ ਕਾਰਜਸ਼ੀਲ ਹੁੰਦਾ। ਵਿਆਕਰਨਿਕ ਨੇਮ ਤੋਂ ਭਾਵ ਇਸ ਦੇ ਵਿੱਚ ਸੰਬੰਧਕ, ਯੋਜਕ, ਧੁਨੀਆਂ ਦਾ ਉਚਾਰਨ ਤੇ ਸ਼ਬਦਾਂ ਦੇ ਸੁਮੇਲ ਤੋਂ ਵਾਕ ਦੀ ਰਚਨਾ ਜਿਹੜੀ ਉਹ ਕਾਰਜਸ਼ੀਲ ਹੁੰਦੀ ਹੈ। ਇਸ ਤਰ੍ਹਾਂ ਨਾਲ ਵਾਕ ਇੱਕ ਕਾਰਜੀ ਇਕਾਈ ਹੈ ਜਿਸ ਵਿੱਚ ਕਾਰਜ ਕੀਤਾ ਜਾ ਰਿਹਾ ਹੈ, ਕਾਰਜ ਹੋ ਰਿਹਾ ਹੈ, ਉਸ ਨੂੰ ਦਰਸਾਇਆ ਜਾਂਦਾ ਹੈ। ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਹੈ। ਸਭ ਤੋਂ ਛੋਟੀ ਇਕਾਈ ਅਸੀਂ ਧੁਨੀ ਨੂੰ ਕਹਿੰਦੇ ਹਾਂ ਤੇ ਸਭ ਤੋਂ ਵੱਡੀ ਇਕਾਈ ਅਸੀਂ ਵਾਕ ਨੂੰ ਮੰਨਦੇ ਹਾਂ। ਵਿਆਕਰਨਿਕ ਪੱਧਰ ਉੱਤੇ ਇਸ ਤੋਂ ਵੱਡੀ ਇਕਾਈ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਵਾਕ ਦੇ ਅੰਦਰ ਹੀ ਸਾਨੂੰ ਹਰੇਕ ਪ੍ਰਕਿਰਿਆ ਦੇ, ਹਰੇਕ ਵਿਆਕਰਨਿਕ ਨਿਯਮ ਦੇ ਜਿਹੜੇ ਰੂਪ ਹੈ ਉਹ ਨਜ਼ਰ ਆ ਜਾਂਦੇ ਨੇ। ਅਸਲ ਵਿੱਚ ਵਾਕ ਦਾ ਜਿਹੜਾ ਪੱਧਰ ਹੈ ਉੱਤੇ ਪਹੁੰਚ ਕੇ ਛੋਟੀਆਂ ਵਿਆਕਰਨਿਕ ਇਕਾਈਆਂ ਵੀ ਅੰਦਰੂਨੀ ਬਣਤਰ ਸੰਪੂਰਨ ਹੋ ਜਾਂਦੀ ਹੈ। ਅੰਦਰੂਨੀ ਬਣਤਰ ਤੋਂ ਭਾਵ ਹੈ ਕਿ ਵਾਕ ਦੇ ਅੰਦਰ ਛੋਟੀਆਂ ਸ਼੍ਰੇਣੀਆਂ ਦੀਆਂ ਇਕਾਈਆਂ ਜਿਹੜੀਆਂ ਨੇ ਉਹ ਬਿਲਕੁਲ ਸਾਡੇ ਸਾਹਮਣੇ ਆ ਜਾਂਦੀਆਂ। ਜਿਸ ਤਰ੍ਹਾਂ ਨਾਲ ਨੇ ਸ਼ਬਦ ਵਰਤਿਆ, ਸੰਬੰਧਕ ਹੈ, ਨੂੰ ਵੀ ਸੰਬੰਧਕ ਹੈ, ਤਾਂ ਇਹਨਾਂ ਦੇ ਨਾਲ ਇਹ ਪੂਰਾ ਵਾਕ ਬਣ ਜਾਂਦਾ ਹੈ। ਇਹਨਾਂ ਦੀ ਵਰਤੋਂ ਕਰਨ ਦੇ ਨਾਲ ਸ਼ਬਦਾਂ ਦਾ ਜੋੜ ਹੋ ਜਾਂਦਾ ਹੈ। ਸ਼ਬਦਾਂ ਦੇ ਜੋੜ ਦੇ ਨਾਲ ਵਾਕਾਂ ਦੇ ਵਿੱਚ ਬਦਲਾਵ ਆਉਂਦਾ ਹੈ, ਪਰਿਵਰਤਨ ਹੁੰਦਾ ਹੈ। ਬੋਲਣ ਦਾ ਜਿਹੜਾ ਲਹਿਜਾ ਜਿਹੜਾ ਸਾਡਾ ਹੈ ਉਹ ਬਦਲ ਜਾਂਦਾ ਹੈ। ਤਾਂ ਇਸ ਪ੍ਰਕਾਰ ਉਹ ਸਾਰਥਕ ਸਮੁੱਚ ਹਿੱਸਾ ਬਣ ਜਾਂਦਾ ਹੈ। ਸਾਰਥਕ ਤੋਂ ਭਾਵ ਜਿਨ੍ਹਾਂ ਦੇ ਅਰਥ ਹੁੰਦੇ ਨੇ ਉਹ ਰੂਪ ਵਾਕ ਦਾ ਸਾਡੇ ਸਾਹਮਣੇ ਪੇਸ਼ ਹੁੰਦਾ ਹੈ। ਵਾਕ ਵਿੱਚ ਵਾਕੰਸ਼ ਅਤੇ ਉਪਵਾਕ। ਵਾਕੰਸ਼ ਆਧੁਨਿਕ ਵਿਆਕਰਣ ਦੀ ਦੇਣ ਹੈ। ਵਾਕੰਸ਼ ਤੋਂ ਭਾਵ ਹੈ ਵਾਕਾਂ ਦੇ ਛੋਟੇ ਅੰਸ਼। ਵਾਕਾਂ ਦੇ ਛੋਟੇ ਅੰਸ਼ਾਂ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਨਾਮ ਹੈ, ਪੜਨਾਮ ਹੈ, ਵਿਸ਼ੇਸ਼ਣ ਹੈ, ਕਿਰਿਆ ਹੈ, ਕਿਰਿਆ ਵਿਸ਼ੇਸ਼ਣ ਹੈ। ਤਾਂ ਇਸ ਤਰ੍ਹਾਂ ਨਾਲ ਇਹ ਛੋਟੇ ਕੰਨ ਜਿਹੜੇ ਨੇ ਇਹ ਵਾਕ ਦਾ ਅੰਸ਼ ਬਣ ਕੇ ਪ੍ਰਗਟ ਹੁੰਦੇ ਨੇ।
ਸੰਬੰਧਕ ਯੋਜਕ ਦੇ ਰੂਪ ਦੇ ਨਾਲ ਜੁੜ ਕੇ ਇੱਕ ਨਵੇਂ ਸਿਰਜਣ ਦੇ ਵਿੱਚ ਇਹ ਵਾਕੰਸ਼ ਦੀ ਰਚਨਾ ਕਰਦੇ ਹਨ। ਤਾਂ ਇਸ ਤਰ੍ਹਾਂ ਵਾਕ ਦੀ ਇੱਕ ਕਾਰਜੀ ਇਕਾਈ ਵੀ ਕਿਹਾ ਜਾ ਸਕਦਾ ਹੈ। ਕਾਰਜ ਹੋ ਰਿਹਾ ਹੈ, ਇਹਨਾਂ ਛੋਟੀਆਂ-ਛੋਟੀਆਂ ਅੰਸ਼ਕ ਇਕਾਈਆਂ ਦੇ ਨਾਲ ਕਾਰਜ ਹੁੰਦਾ ਹੈ। ਤਾਂ ਵਾਕੰਸ਼ ਦੀ ਸ਼ਾਬਦਿਕ ਬਣਤਰ ਵਾਕ ਅਤੇ ਅੰਸ਼ ਭਾਵ ਵਾਕਾਂ ਦੇ ਹਿੱਸੇ ਤੋਂ ਲਿਆ ਜਾਂਦਾ ਹੈ। ਇਹ ਵਾਕਾਂ ਦੇ ਹਿੱਸੇ ਹੈ ਜਿਨ੍ਹਾਂ ਤੋਂ ਵਾਕ ਪੂਰਨ ਰੂਪ ਵਿੱਚ ਬਣਦਾ ਹੈ। ਨਹੀਂ ਤਾਂ ਜਿਵੇਂ ਅਸੀਂ ਸ਼ੁਰੂ ਤੋਂ ਪੜ੍ਹਦੇ ਆਏ ਹਾਂ ਕਿ ਵਾਕ ਦੇ ਵਿੱਚ ਕਰਤਾ, ਕਰਮ ਤੇ ਕਿਰਿਆ ਇਹ ਦਰਸਾਏ ਜਾਂਦੇ ਹੈ। ਕਈ ਵਾਕਾਂ ਦੇ ਵਿੱਚ ਕਰਤਾ ਤੇ ਕਿਰਿਆ ਹੁੰਦੀ ਹੈ, ਕਈ ਵਾਕਾਂ ਦੇ ਵਿੱਚ ਕਰਮ ਤੇ ਕਿਰਿਆ ਹੁੰਦੀ ਹੈ। ਤਾਂ ਇਸ ਪ੍ਰਕਾਰ ਵਾਕਾਂ ਦੇ ਅੰਦਰ ਕਈ ਤਰ੍ਹਾਂ ਦੇ ਰੂਪ ਬਦਲ ਜਾਂਦੇ ਹੈ। ਉਹਨਾਂ ਨੂੰ ਬੋਲਣ ਦਾ, ਉਚਾਰਨ ਕਰਨ ਦਾ ਤਰੀਕਾ ਜਿਹੜਾ ਹੈ ਬਦਲ ਜਾਂਦਾ, ਉਹਨਾਂ ਦੇ ਅਰਥ ਬਦਲ ਜਾਂਦੇ ਨੇ। ਇਹ ਛੋਟੇ-ਛੋਟੇ ਅੰਸ਼ ਹੀ ਹਨ ਜੋ ਵਾਕੰਸ਼ ਦਾ ਰੂਪ ਧਾਰਦੇ ਹਨ। ਪੰਜਾਬੀ ਭਾਸ਼ਾ ਦੀ ਵਾਕ ਬਣਤਰ 'ਚ ਵਾਕੰਸ਼ ਦਾ ਸਥਾਨ ਉਪਵਾਕ ਤੋਂ ਥੱਲੇ ਅਤੇ ਸ਼ਬਦਾਂ ਤੋਂ ਉੱਪਰ ਦਾ ਹੁੰਦਾ ਹੈ। ਉਪਵਾਕ ਜੋ ਕਿ ਦੋ ਵਾਕ ਜਿਹੜੇ ਆਪਸ ਵਿੱਚ ਜੁੜ ਕੇ ਉਪਵਾਕ ਦੀ ਸਿਰਜਣਾ ਕਰਦੇ ਹੈ, ਤਾਂ ਉਹਨਾਂ ਨੂੰ ਜੋੜਨ ਦਾ ਕੰਮ ਉਪਵਾਕ ਨੂੰ ਯੋਜਕ ਕਰਦਾ ਹੈ। ਤਾਂ ਉਪਵਾਕ ਕੀ ਹੈ? ਦੋ ਵਾਕ ਜਦੋਂ ਇੱਕ ਗੱਲ ਕਹਿ ਕੇ ਦੂਸਰੀ ਗੱਲ ਵੀ ਬਿਆਨ ਕੀਤੀ ਜਾਵੇ ਤਾਂ ਉਪਵਾਕ ਦਾ ਹੀ ਉਦਾਹਰਣ ਜਾਂ ਨਮੂਨਾ ਕਹਿ ਸਕਦੇ ਹਾਂ। ਇਹ ਇੱਕ ਸ਼ਬਦੀ ਵੀ ਹੋ ਸਕਦਾ ਹੈ, ਇਹ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਹੈ। ਇੱਥੇ ਸ਼ਬਦ ਅਤੇ ਵਾਕੰਸ਼ ਦੇ ਭੇਦ ਨੂੰ ਸਪਸ਼ਟ ਕਰਨਾ ਵੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਸ਼ਬਦਾਂ ਦਾ ਭੇਦ, ਜਿਵੇਂ ਅਸੀਂ ਕਹਿ ਲਈਏ ਉਸਨੇ ਅੱਜ ਸਕੂਲ ਆਉਣਾ ਸੀ ਪਰ ਘਰ ਵਿੱਚ ਜ਼ਰੂਰੀ ਕੰਮ ਹੋਣ ਕਰਕੇ ਨਹੀਂ ਆ ਸਕਦਾ। ਹੁਣ ਇਹ ਇੱਕ ਲੰਮਾ ਵਾਕ ਹੈ। ਇਸ ਲੰਮੇ ਵਾਕ ਦੇ ਵਿੱਚ ਸਾਨੂੰ ਬਹੁਤ ਸਾਰੇ ਜੋ ਸ਼ਬਦ ਜੋ ਇਸ ਦੇ ਵਿੱਚ ਵਰਤੇ ਗਏ ਆ ਮਿਸ਼ਰਤ ਰੂਪ ਦੇ ਵਿੱਚ, ਤਾਂ ਸਾਨੂੰ ਇਹਦੇ 'ਚ ਕਈ ਅੰਸ਼ਾਂ ਦੇ ਦਰਸ਼ਨ ਹੋ ਜਾਂਦੇ ਆ। ਕਈ ਅੰਸ਼ ਜਿਹੜੇ ਆ ਸਾਨੂੰ ਸਾਰਥਕ ਰੂਪ ਦੇ ਵਿੱਚ ਨਜ਼ਰ ਆ ਜਾਂਦੇ ਨੇ। ਤਾਂ ਇਸੇ ਤਰ੍ਹਾਂ ਨਾਲ ਇਹ ਵਾਕ ਜਿਹੜੇ ਆ ਵੱਧਦੀ ਕਲਾ ਦੇ ਨਾਲ, ਹੁਣ ਜੇ ਇਸ ਨੂੰ ਅਸੀਂ ਛੋਟੇ ਰੂਪ ਦੇ ਵਿੱਚ ਲਿਖਣਾ ਹੋਵੇ ਤਾਂ ਉਹਦੇ ਵਿੱਚ ਬਹੁਤ ਸਾਰੇ ਅੰਸ਼ ਜਿਹੜੇ ਆ ਉਹ ਘਟਦੇ ਹੋਏ ਨਜ਼ਰ ਆਉਣਗੇ। ਤਾਂ ਇਸ ਤਰ੍ਹਾਂ ਨਾਲ ਸ਼ਬਦਾਂ ਦੇ ਵਿੱਚ ਅਰਥਗਤ ਸ਼੍ਰੇਣੀ ਆ ਜਾਂਦੀ ਹੈ ਕਿ ਸ਼ਬਦਾਂ ਦੇ ਆਪਸੀ ਅਰਥ ਆ ਜਾਂਦੇ ਆ। ਤੇ ਇਸੇ ਤਰ੍ਹਾਂ ਨਾਲ ਜੇ ਅਸੀਂ ਇਸ ਗੱਲ ਨੂੰ ਲੰਬੀ ਨੂੰ ਛੋਟੀ ਕਰਦੇ ਜਾਵਾਂਗੇ ਤਾਂ ਵੀ ਇਹਨਾਂ ਵਾਕਾਂ ਦੇ ਅਰਥਾਂ ਦੇ ਵਿੱਚ ਤਬਦੀਲੀ ਆਉਂਦੀ ਰਹੇਗੀ। ਤਾਂ ਵਾਕੰਸ਼ ਇੱਕ ਕਾਰਜੀ ਇਕਾਈ ਹੈ। ਆਧੁਨਿਕ ਵਿਆਕਰਣ ਦੀ ਇਹ ਧਾਰਨਾ ਹੈ ਕਿ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਆ ਤਾਂ ਸਾਡੇ ਮੂੰਹ ਵਿੱਚੋਂ ਉਚਾਰੇ ਗਏ ਸ਼ਬਦ ਵਾਕੰਸ਼ ਦਾ ਰੂਪ ਧਾਰਨ ਕਰ ਲੈਂਦੇ ਆ। ਜਿਸ ਤਰ੍ਹਾਂ ਨਾਲ ਮੈਂ ਤੁਹਾਡੇ ਅੱਗੇ ਉਦਾਹਰਨ ਦੇ ਰੂਪ ਵਿੱਚ ਪੇਸ਼ ਕੀਤੀ ਹੈ, ਤਾਂ ਇਹ ਬਿਆਨਿਆ ਰੂਪ ਹੋ ਜਾਂਦਾ ਹੈ ਕਿ ਅਸੀਂ ਆਪਣੇ ਮਨੋਭਾਵਾਂ ਦੇ ਰਾਹੀਂ ਬਹੁਤ ਸਾਰੀ ਲੰਮੀ ਗੱਲ ਵੀ ਕਹਿ ਦਿੰਦੇ ਆ, ਬਹੁਤ ਸਾਰੀ ਛੋਟੀ ਗੱਲ ਵੀ ਕਹਿ ਦਿੰਦੇ ਆ, ਬਹੁਤ ਹੀ ਸੰਖੇਪ ਰੂਪ ਵਿੱਚ ਵੀ ਕਹਿ ਦਿੰਦੇ ਆ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਪੜਨਾਮ ਵੀ ਵਿਚਰਦਾ ਹੈ, ਨਾਮ ਵੀ ਵਿਚਰਦਾ ਹੈ, ਕਿਰਿਆ ਵੀ ਵਿਚਰਦੀ ਹੈ, ਕਿਰਿਆ ਵਿਸ਼ੇਸ਼ਣ ਵੀ ਵਿਚਰਦੀ ਹੈ। ਉਹ ਆਪਣੇ ਛੋਟੇ-ਛੋਟੇ ਅੰਸ਼ ਜਿਹੜੇ ਹੈ ਵਾਕੰਸ਼ ਦੇ ਵਿੱਚ ਭੂਮਿਕਾ ਨਿਭਾਉਂਦੇ ਹਨ। ਤਾਂ ਇਸ ਤਰ੍ਹਾਂ ਨਾਲ ਵਾਕੰਸ਼ ਜਿਹੜਾ ਹੈ ਸਾਡੀ ਆਪਸੀ ਗੱਲਬਾਤ ਕਰਨ ਦੇ ਨਾਲ ਪਤਾ ਚੱਲਦਾ ਹੈ ਕਿ ਵਾਕੰਸ਼ ਦੀ ਰੂਪ ਭੂਮਿਕਾ ਜਿਹੜੀ ਹੈ ਆਪਸੀ ਗੱਲਬਾਤ ਤੋਂ ਪਤਾ ਚੱਲਦੀ ਹੈ। ਜਿਸ ਤਰ੍ਹਾਂ ਨਾਲ ਉਦਾਹਰਨ ਦੇ ਤੌਰ ਤੇ ਬੱਚਾ ਖੇਡ ਰਿਹਾ ਹੈ। ਹੁਣ ਇਸ ਵਾਕ ਦੇ ਵਿੱਚ ਬੱਚਾ ਇੱਕ ਨਾਮ ਹੈ। ਇਹ ਨਾਮ ਵਾਕੰਸ਼ ਦੀ ਭੂਮਿਕਾ ਨਿਭਾ ਰਿਹਾ ਹੈ। ਵਾਕ ਦਾ ਦੂਜਾ ਹਿੱਸਾ ਖੇਡ ਰਿਹਾ ਹੈ। ਖੇਡ ਰਹੇ ਦੇ ਰੂਪ ਦੇ ਵਿੱਚ ਕਿਰਿਆ ਵਾਕੰਸ਼ ਵਜੋਂ ਵਿਚਰ ਰਹੀ ਹੈ। ਤਾਂ ਇਸ ਤਰ੍ਹਾਂ ਨਾਲ ਇਹਦੇ ਵਿੱਚ ਨਾਮ ਤੇ ਕਿਰਿਆ, ਨਾਮ ਵਾਕੰਸ਼ ਤੇ ਕਿਰਿਆ, ਇਹ ਦੋਨੋਂ ਹੀ ਜੋ ਸਾਨੂੰ ਪਤਾ ਲੱਗ ਰਿਹਾ ਹੈ ਵਾਕ ਦੇ ਅੰਦਰ। ਨੰਬਰ 2 ਤੇ ਮੇਰੀ ਸ਼੍ਰੇਣੀ ਦੇ ਸਾਰੇ ਵਿਦਿਆਰਥੀ ਖੇਡ ਰਹੇ ਹਨ। ਹੁਣ ਉਪਰੰਤ ਵਾਕ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮੇਰੀ ਸ਼੍ਰੇਣੀ ਦੇ ਸਾਰੇ ਵਿਦਿਆਰਥੀ ਇਹ ਸ਼ਬਦਾਂ ਦੇ ਸਮੂਹ ਦੇ ਤੌਰ ਤੇ ਵਾਕੰਸ਼ ਵਜੋਂ ਕਾਰਜਸ਼ੀਲ ਹਨ। ਮੇਰੀ ਸ਼੍ਰੇਣੀ ਤੋਂ ਭਾਵ ਹੈ ਵਾਕੰਸ਼ ਦੇ ਰੂਪ ਵਿੱਚ ਨਾਮ ਦੀ ਥਾਂ ਤੇ ਪੜਨਾਮ ਦੀ ਵਰਤੋਂ ਹੋਈ ਹੈ। ਤਾਂ ਭਾਵ ਇਹ ਕਿ ਪੰਜਾਬੀ ਦੇ ਵਿੱਚ 8 ਸ਼ਬਦ ਸ਼੍ਰੇਣੀਆਂ ਹਨ, ਇਹ ਆਪਾਂ ਸਭ ਜਾਣਦੇ ਹੀ ਹਾਂ। ਇਹਨਾਂ ਦੇ ਵਿੱਚੋਂ ਸਿਰਫ 4 ਸ਼੍ਰੇਣੀਆਂ ਜਿਹੜੀਆਂ ਨਾਮ, ਵਿਸ਼ੇਸ਼ਣ, ਕਿਰਿਆ ਤੇ ਕਿਰਿਆ ਵਿਸ਼ੇਸ਼ਣ, ਇਹ ਜਿਹੜੀਆਂ ਵਾਕੰਸ਼ ਦੀ ਭੂਮਿਕਾ ਨਿਭਾਉਂਦੀਆਂ ਆਈਆਂ ਹਨ, ਜੋ ਕਿ ਵਾਕੰਸ਼ ਦੇ ਰੂਪ ਦੇ ਵਿੱਚ ਇਹ ਹਮੇਸ਼ਾ ਹੀ ਵਰਤੀਆਂ ਜਾਂਦੀਆਂ ਹਨ। ਹੁਣ ਅਸੀਂ ਗੱਲ ਕਰਾਂਗੇ ਉਪਵਾਕ ਬਾਰੇ। ਉਪਵਾਕ ਇੱਕ ਅਧੀਨ ਵਿਆਕਰਨਿਕ ਇਕਾਈ ਹੈ। ਵਾਕ ਦੇ ਪੱਧਰ ਨਾਲੋਂ ਉਪਵਾਕ ਦਾ ਸਥਾਨ ਵਾਕ ਤੋਂ ਥੱਲੇ ਅਤੇ ਵਾਕੰਸ਼ ਤੋਂ ਉੱਪਰ ਦਾ ਹੁੰਦਾ ਹੈ, ਕਿਉਂਕਿ ਵਾਕੰਸ਼ ਸ਼ਬਦਾਂ ਦਾ ਸਮੂਹ ਹੈ ਤੇ ਉਪਵਾਕ ਜਿਹੜਾ ਹੈ ਉਹ
ਵਾਕ ਦੇ ਪੱਧਰ ਤੋਂ ਥੱਲੇ ਦਾ ਸਮੂਹ ਹੈ, ਸਥਾਨ ਰੱਖਦਾ ਹੈ। ਇਸ ਨੂੰ ਵਾਕ ਦਾ ਹੀ ਰਚਨਾਤਮਿਕ ਅੰਗ ਕਿਹਾ ਜਾ ਸਕਦਾ ਹੈ, ਵਾਕ ਦਾ ਹੀ ਛੋਟਾ ਰੂਪ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਦੋ ਛੋਟੇ ਛੋਟੇ ਵਾਕਾਂ ਨੂੰ ਯੋਜਕ ਦੇ ਰਾਹੀਂ ਜੋੜ ਕੇ ਹੀ ਉਪਵਾਕ ਦੀ ਰਚਨਾ ਜਿਹੜੀ ਹੈ ਸਾਹਮਣੇ ਆਉਂਦੀ ਹੈ। ਉਪਵਾਕ ਦੇ ਵਿੱਚ ਸਧਾਰਨ ਵਾਕ ਵਾਂਗ ਹੀ ਵਿਚਰਨ ਦੀ ਸਮਰੱਥਾ ਹੁੰਦੀ ਹੈ, ਜੋ ਕਿ ਅਸੀਂ ਆਮ ਰੋਜ਼ਾਨਾ ਜੀਵਨ ਦੇ ਵਿੱਚ ਬੋਲਦੇ ਹਾਂ। ਤਾਂ ਕਹਿੰਦੇ ਦੋ ਸਧਾਰਨ ਵਾਕ ਆਪਸ ਦੇ ਵਿੱਚ ਜਦੋਂ ਮਿਲਦੇ ਆ ਤਾਂ ਇੱਕ ਨਵੇਂ ਵਾਕ ਦੀ ਸਿਰਜਣਾ ਕਰਦੇ ਆ। ਪਰ ਇਹ ਦੋ ਵਾਕ ਆਪਸ 'ਚ ਮਿਲਦੇ ਕਿਸ ਤਰ੍ਹਾਂ ਨਾਲ ਹੈ? ਯੋਜਕ ਦੀ ਖਾਸ ਭੂਮਿਕਾ ਇਸ ਦੇ ਵਿੱਚ, ਸੰਬੰਧਕ ਦੀ ਖਾਸ ਭੂਮਿਕਾ ਇਹਦੇ ਵਿੱਚ। ਯੋਜਕ ਦਾ ਕੰਮ ਹੈ ਦੋ ਵਾਕਾਂ ਨੂੰ ਜੋੜਨਾ, ਜੋ ਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ ਉਸ ਨੂੰ ਯੋਜਕ ਆਖਦੇ ਨੇ। ਤਾਂ ਯੋਜਕ ਦੇ ਵਿੱਚ ਅਤੇ, ਕਿਉਂਕਿ, ਪਰੰਤੂ, ਜੇਕਰ, ਇਸ ਤਰ੍ਹਾਂ ਦੇ ਬਹੁਤ ਸਾਰੇ ਯੋਜਕ ਦੇ ਅੰਸ਼ ਜਿਹੜੇ ਆ ਦਰਸਾਏ ਜਾਂਦੇ ਆ। ਬੰਤਰ ਦੇ ਆਧਾਰ ਉੱਤੇ ਜੇ ਅਸੀਂ ਉਪਵਾਕ ਦੀ ਉਦਾਹਰਨ ਦੇ ਦੋ ਭਾਗਾਂ ਵਿੱਚ ਵੰਡਿਆ, ਸਭ ਤੋਂ ਪਹਿਲਾ ਹੈ ਸੁਤੰਤਰ ਉਪਵਾਕ ਜਾਂ ਸਵਾਧੀਨ ਉਪਵਾਕ। ਨੰਬਰ 2 ਹੈ ਅਧੀਨ ਉਪਵਾਕ ਜਾਂ ਪ੍ਰਾਧੀਨ ਉਪਵਾਕ। ਸੁਤੰਤਰ ਉਪਵਾਕ ਜਾਂ ਸਵਾਧੀਨ ਉਪਵਾਕ ਉਹ ਹੁੰਦੇ ਹਨ ਜਿਹੜੇ ਕਿਰਿਆ ਵਾਕੰਸ਼ ਵਿੱਚ ਕਾਲਕੀ ਹੁੰਦੇ ਹਨ, ਮਤਲਬ ਆਪਣੇ ਆਪ ਸੁਤੰਤਰ ਰੂਪ ਦੇ ਵਿੱਚ ਵਿਚਰਦੇ ਨੇ। ਤੇ ਅਧੀਨ ਉਪਵਾਕ ਉਹ ਹੁੰਦੇ ਆ ਜਿਹੜੇ ਸੁਤੰਤਰ ਉਪਵਾਕ ਤੋਂ ਬਿਨਾਂ ਨਹੀਂ ਵਿਚਰ ਸਕਦੇ। ਜਿਵੇਂ ਕਿ ਸਾਡੇ ਕੋਲ ਉਦਾਹਰਨ ਦੇ ਤੌਰ ਤੇ ਅਸੀਂ ਜੇ ਗੱਲ ਕਰੀਏ ਤਾਂ ਅਧੀਨ ਉਪਵਾਕ ਦੇ ਵਿੱਚ ਆਰੰਭ ਵਿੱਚ ਕੀ, ਜੋ, ਜਦੋਂ, ਜੇ, ਜਿਵੇਂ, ਜਿਹੜੇ, ਜਿੰਨਾ ਆਦਿ ਅਧੀਨ ਯੋਜਕਾਂ ਨਾਲ ਹੀ ਇਹ ਅੰਸ਼ ਜਿਹੜੇ ਆ ਵਰਤੇ ਜਾਂਦੇ ਨੇ, ਜਿਨ੍ਹਾਂ ਨੂੰ ਅਸੀਂ ਅਧੀਨ ਉਪਵਾਕ ਦੀ ਨਿਸ਼ਾਨੀ ਕਹਿ ਸਕਦੇ ਹਾਂ। ਤੇ ਵਾਕੰਸ਼ ਅਤੇ ਉਪਵਾਕ ਜਿਹੜੇ ਆ ਇਹ ਦੋਵੇਂ ਵਾਕ ਦੇ ਹੀ ਅੰਗ ਹੁੰਦੇ ਨੇ, ਦੋਵੇਂ ਵਾਕ ਦੇ ਕਾਰਜੀ ਤੱਤ ਹੁੰਦੇ ਹਨ, ਕਿਉਂਕਿ ਦੋਨਾਂ ਦੇ ਰਾਹੀਂ ਕਾਰਜ ਹੋ ਰਿਹਾ ਹੁੰਦਾ ਹੈ। ਜੇ ਸਵਾਧੀਨ ਹੈ ਤਾਂ ਪ੍ਰਾਧੀਨ ਵੀ ਉਸ ਦੇ ਅੰਦਰ ਹੀ ਸਥਿਤ ਹੋਣਗੇ। ਪਰ ਇਹਨਾਂ ਦੋਹਾਂ ਦੇ ਵਿੱਚ ਥੋੜਾ ਜਿਹਾ ਅੰਤਰ ਹੈ। ਅੰਤਰ ਇਹ ਹੈ ਕਿ ਉਪਵਾਕ ਦੇ ਵਿੱਚ ਉਦੇਸ਼ ਤੇ ਵਿਧੇ ਦੋਵੇਂ ਹੁੰਦੇ ਹਨ। ਉਦੇਸ਼ ਤੇ ਵਿਧੇ ਕਿਹਨੂੰ ਕਿਹਾ ਜਾਂਦਾ ਹੈ? ਜਿਸ ਤਰ੍ਹਾਂ ਨਾਲ ਉਦਾਹਰਨ ਦੇ ਤੌਰ ਤੇ ਉਹ ਸਕੂਲ ਗਿਆ, ਰਾਮ ਰੋਟੀ ਖਾਂਦਾ ਹੈ। ਹੁਣ ਇਸ ਦੇ ਵਿੱਚ ਅਸੀਂ ਜੇ ਉਦੇਸ਼ ਦੀ ਗੱਲ ਕਰੀਏ ਤਾਂ ਸਾਡੇ ਕੋਲ ਉਹ ਉਦੇਸ਼ ਹੈ, ਰਾਮ ਉਦੇਸ਼ ਹੈ। ਉਦੇਸ਼ ਤੋਂ ਭਾਵ ਹੈ ਜੋ ਕਰਤਾ ਦਾ ਕੰਮ ਕਰਦੇ ਨੇ, ਜੋ ਸ਼ੁਰੂ ਦੇ ਵਿੱਚ ਕਰਤਾ ਦੇ ਰਾਹੀਂ, ਜਿਸ ਦੇ ਰਾਹੀਂ ਜੋ ਕੰਮ ਹੋ ਰਿਹਾ ਹੈ ਉਸ ਦਾ ਵਿਸ਼ਲੇਸ਼ਣ ਵਿਧਾ ਕਹਾਉਂਦੀ ਹੈ। ਉਦੇਸ਼ ਤੇ ਵਿਧਾ। ਉਸੇ ਤਰ੍ਹਾਂ ਨਾਲ ਸਕੂਲ ਗਿਆ, ਰੋਟੀ ਖਾਂਦਾ ਹੈ, ਇਹ ਵਿਧਾ ਦਾ ਰੂਪ। ਇਹ ਵਾਕ ਦੇ ਦੋ ਰੂਪ ਜਿਹੜੇ ਹੈ ਉਦੇਸ਼ ਤੇ ਵਿਧੇ, ਇਹ ਦੋਵੇਂ ਸਾਡੇ ਵਾਕੰਸ਼ ਦੇ ਦੋਹਾਂ ਦੇ ਵਿੱਚੋਂ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਨਾਲ ਉਦੇਸ਼ ਤੇ ਵਿਧੇ ਜਿਹੜੇ ਹਰ ਵਾਕ ਦੇ ਵਿੱਚ ਸਾਨੂੰ ਨਜ਼ਰ ਆ ਜਾਂਦੇ ਨੇ, ਕਿਉਂਕਿ ਉਦੇਸ਼ ਹਮੇਸ਼ਾ ਸ਼ੁਰੂ ਦੇ ਵਿੱਚ ਹੀ ਹੁੰਦਾ ਹੈ ਤੇ ਵਿਧੇ ਜਿਹੜਾ ਹੈ, ਵਿਧਾ ਜਿਹਨੂੰ ਅਸੀਂ ਕਹਿੰਦੇ ਆ, ਉਹ ਹੈ ਉਸ ਸ਼ਬਦ ਦਾ ਵਿਸ਼ਲੇਸ਼ਣ, ਉਸ ਵਾਕ ਦਾ ਪੂਰਨ ਰੂਪ ਦੇ ਵਿੱਚ ਕੀ ਦਰਸਾਇਆ ਗਿਆ ਹੈ ਕਰਮ ਦੇ ਰਾਹੀਂ, ਕਰਤਾ ਦੇ ਰਾਹੀਂ, ਉਹ ਵਿਧਾ ਕਹਾਉਂਦਾ ਹੈ। ਤਾਂ ਅੱਗੇ ਅਸੀਂ ਗੱਲ ਕਰਾਂਗੇ ਵਾਕ ਦੀਆਂ ਕਿਸਮਾਂ। ਵਾਕ ਦੀ ਸ਼੍ਰੇਣੀ ਵੰਡ ਵਾਕਾਂ ਦੀ ਬਣਤਰ ਅਤੇ ਕਾਰਜ ਦੇ ਆਧਾਰ ਤੇ ਅਸੀਂ ਜੇ ਵੰਡ ਕਰੀਏ ਤਾਂ ਬਣਤਰ ਦੇ ਆਧਾਰ ਉੱਤੇ ਵਾਕ ਤਿੰਨ ਪ੍ਰਕਾਰ ਦੇ ਮੰਨੇ ਗਏ ਨੇ। ਤਿੰਨ ਕਿਸਮਾਂ ਦੇ ਵਾਕ ਜਿਹੜੇ ਆ ਸਾਡੇ ਕੋਲ ਨੇ, ਸਧਾਰਨ ਵਾਕ, ਸੰਯੁਕਤ ਵਾਕ ਤੇ ਮਿਸ਼ਰਤ ਵਾਕ। ਇਹ ਅਸੀਂ ਬਣਤਰ ਦੇ ਆਧਾਰ ਤੇ ਇਹਨਾਂ ਦੀ ਵਰਤੋਂ ਕਰਦੇ ਆ। ਤੇ ਜੇ ਅਸੀਂ ਨੂੰ ਕਾਰਜ ਦੇ ਆਧਾਰ ਤੇ ਕਰੀਏ, ਜਦੋਂ ਅਸੀਂ ਵਾਕਾਂ ਨੂੰ ਅੱਗੇ ਰੂਪਾਂ ਦੇ ਵਿੱਚ ਬਦਲਦੇ ਆ ਤਾਂ ਉਹਦੇ ਵਿੱਚ ਸਾਡੇ ਕੋਲੇ 5 ਪ੍ਰਕਾਰ ਦੇ ਜਿਹੜੇ ਹੈ ਮੰਨੇ ਜਾਂਦੇ ਨੇ, ਜਿਨ੍ਹਾਂ ਵਿੱਚੋਂ ਇੱਕ 6ਵਾਂ ਵੀ ਜੁੜ ਗਿਆ ਹੈ, ਜਿਨ੍ਹਾਂ ਦੇ ਵਿੱਚ ਹਾਂ ਵਾਚਕ, ਨਾ ਵਾਚਕ, ਪ੍ਰਸ਼ਨਵਾਚਕ, ਵਿਸਮੇਵਾਚਕ, ਹੁਕਮਵਾਚਕ ਜਾਂ ਆਗਿਆਵਾਚਕ, ਇੱਛਾਵਾਚਕ। ਤਾਂ ਇਹ 6 ਪ੍ਰਕਾਰ ਦੇ ਕਾਰਜ ਦੇ ਆਧਾਰ ਤੇ ਵਾਕਾਂ ਦੀ ਰਚਨਾ ਹੁੰਦੀ ਹੈ। ਹੁਣ ਬਣਤਰ ਦੇ ਆਧਾਰ ਉੱਤੇ ਅਸੀਂ ਜੇ ਗੱਲ ਕਰੀਏ ਤਾਂ ਸਧਾਰਨ ਵਾਕ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਇਹਨਾਂ ਤਿੰਨਾਂ ਦੀ ਵਰਤੋਂ ਕਰਦੇ ਹਾਂ। ਸੰਯੁਕਤ ਵਾਕ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਕੰਪਾਊਂਡਿੰਗ ਸੈਂਟੈਂਸ, ਮਿਸ਼ਰਤ ਵਾਕ ਨੂੰ ਕੰਪਲੈਕਸ ਸੈਂਟੈਂਸ ਤੇ ਸਧਾਰਨ ਵਾਕ ਨੂੰ ਸਿੰਪਲ ਸੈਂਟੈਂਸ ਕਿਹਾ ਜਾ ਸਕਦਾ ਹੈ। ਬਿਆਨਿਆਂ ਵਾਕ ਦੇ ਵਿੱਚ ਹਾਂ ਵਾਚਕ ਤੇ ਨਾ ਵਾਚਕ ਦੀ ਕਿਰਿਆ ਜਿਹੜੀ ਕਾਰਜ ਕਰਦੀ ਹੈ। ਆਗਿਆਵਾਚਕ ਦੇ ਵਿੱਚ ਹੁਕਮਵਾਚਕ ਭਾਵ ਕਿਸੇ ਨੂੰ ਹੁਕਮ ਦੇ ਕੇ ਗੱਲ ਨੂੰ ਬਿਆਨ ਕਰਨਾ। ਵਿਸਮੇਵਾਚਕ ਦੇ ਵਿੱਚ ਕਾਸ਼, ਇੱਛਾਵਾਚਕ ਵੀ, ਤੇ ਪ੍ਰਸ਼ਨਵਾਚਕ ਦੇ ਵਿੱਚ ਜਦੋਂ ਕਿਸੇ ਕੋਲ ਕੋਈ ਪ੍ਰਸ਼ਨ ਪੁੱਛਿਆ ਜਾਵੇ ਜਾਂ ਪ੍ਰਸ਼ਨ ਕੀਤਾ ਜਾਵੇ। ਤਾਂ ਇਸ ਤਰ੍ਹਾਂ ਨਾਲ ਅਸੀਂ ਹੁਣ ਵਾਕ ਦੀ ਸਭ ਤੋਂ ਪਹਿਲੀ ਬਣਤਰ ਸਧਾਰਨ ਵਾਕ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰ ਰਹੇ ਹਾਂ। ਜਿਹੜਾ ਵਾਕ ਵੱਖ-ਵੱਖ ਉਪਵਾਕਾਂ ਵਿੱਚ ਨਾ ਵੰਡਿਆ ਹੋਵੇ, ਸਿਰਫ ਤੇ ਸਿਰਫ ਇੱਕੋ ਹੀ ਉਦੇਸ਼ ਤੇ ਇੱਕ ਹੀ ਵਿਧੇ ਹੋਵੇ, ਉਸ ਨੂੰ ਇਕਹਿਰਾ ਜਾਂ ਇੱਕ ਕਿਰਿਆ
ਸਧਾਰਨ ਵਾਕ ਕਹਿੰਦੇ ਹਨ, ਜਿਸ ਦੇ ਵਿੱਚ ਉਦਾਹਰਨ ਦੇ ਤੌਰ ਤੇ ਰਜਿੰਦਰ ਪੜ੍ਹ ਰਹੀ ਹੈ, ਰਜਿੰਦਰ ਕਿਤਾਬ ਪੜ੍ਹ ਰਹੀ ਹੈ। ਹੁਣ ਰਜਿੰਦਰ ਪੜ੍ਹ ਰਹੀ ਹੈ ਜੀ ਗੱਲ ਕਰੀਏ ਤਾਂ ਰਜਿੰਦਰ ਕੀ ਹੈ, ਇਹ ਉਦੇਸ਼ ਹੈ, ਪੜ੍ਹ ਰਹੀ ਕੀ ਹੈ, ਇਹ ਵਿਧੇ ਹੈ। ਇਹਦੇ ਵਿੱਚ ਕਰਤਾ ਤੇ ਕਿਰਿਆ ਦੀ ਗੱਲ ਹੋਈ ਹੈ। ਹੁਣ ਦੂਸਰੇ ਵਾਕ ਦੀ ਜੇ ਗੱਲ ਕਰੀਏ, ਰਜਿੰਦਰ ਕਿਤਾਬ ਪੜ੍ਹ ਰਹੀ ਹੈ, ਰਜਿੰਦਰ ਕੀ ਹੈ, ਇਹ ਹੈ ਉਦੇਸ਼, ਕਿਤਾਬ ਕਰਮ, ਪੜ੍ਹ ਰਹੀ ਹੈ ਕਿਰਿਆ। ਤਾਂ ਇਸ ਤਰ੍ਹਾਂ ਦੇ ਨਾਲ ਦੋਨੋਂ ਹੀ ਵਾਕਾਂ ਦੇ ਰੂਪ ਜਿਹੜੇ ਆ ਉਹ ਬਦਲ ਜਾਂਦੇ ਹੈ, ਗੱਲ ਕਰਨ ਦਾ ਤਰੀਕਾ ਪਰਿਵਰਤਨ ਹੋ ਜਾਂਦਾ ਹੈ। ਤਾਂ ਉਪਰੋਂਤ ਵਾਕ ਦੇ ਵਿੱਚ ਅਸੀਂ ਸਧਾਰਨ ਵਾਕ ਦੀ ਨਾਮ ਵਾਕੰਸ਼ ਤੇ ਕਿਰਿਆ ਵਾਕੰਸ਼ ਵਿੱਚ ਵਿਚਰਦੇ ਪਤਾ ਲੱਗ ਜਾਂਦੇ ਹਨ। ਤਾਂ ਇਹ ਆਪਣੀ ਭੂਮਿਕਾ ਨਿਭਾਉਂਦੇ ਹਨ। ਨੰਬਰ 2 ਤੇ ਹੈ ਸੰਯੁਕਤ ਵਾਕ। ਸੰਯੁਕਤ ਵਾਕ ਦੀ ਬਣਤਰ ਸਾਵੀਂ ਹੁੰਦੀ ਹੈ, ਕਿਉਂਕਿ ਇਹ ਸਾਵੀਂ ਤੋਂ ਭਾਵ ਹੈ ਹਰ ਪੱਖੋਂ ਬਰਾਬਰ ਦਾ ਭਾਵ ਰੱਖਣ ਵਾਲੇ ਵਾਕ। ਇਹਨਾਂ ਦੀ ਬਣਤਰ 2 ਜਾਂ 2 ਤੋਂ ਵੱਧ ਸੁਤੰਤਰ ਉਪਵਾਕ ਵਿਚਰਦੇ ਆ। ਜਿਵੇਂ ਕਿ ਸਧਾਰਨ ਵਾਕ 'ਚ ਸਿਰਫ ਇੱਕ ਹੀ ਉਦੇਸ਼ ਤੇ ਇੱਕ ਹੀ ਵਿਧੇ ਹੁੰਦਾ ਹੈ, ਉਸੇ ਤਰ੍ਹਾਂ ਨਾਲ ਇਹਦੇ ਵਿੱਚ ਉਪਵਾਕ ਵਿਚਰਦੇ ਨੇ। ਮਤਲਬ ਇਹਦੇ ਵਿੱਚ 2 ਉਦੇਸ਼ ਵੀ ਹੋ ਸਕਦੇ ਆ, 2 ਵਿਧੇ ਵੀ ਹੋ ਸਕਦੇ ਆ, 2 ਤੋਂ ਵੱਧ ਵੀ ਇਹਦੇ ਵਿੱਚ ਵਿਸ਼ੇ ਜਿਹੜੇ ਆ ਵਰਤੇ ਜਾ ਸਕਦੇ ਆ। ਤਾਂ ਉਹਦੇ ਵਿੱਚ ਸੰਯੁਕਤ ਉਪਵਾਕ ਦਾ ਰੂਪ ਧਾਰਨ ਕਰਦੇ। ਉਪਵਾਕ ਦੇ ਵਿੱਚ ਯੋਜਕ ਦੀ ਵਰਤੋਂ ਹੁੰਦੀ ਹੈ। ਯੋਜਕ ਦੇ ਰਾਹੀਂ ਜਾਂ ਸੰਬੰਧਕ ਦੇ ਰਾਹੀਂ ਇਹ ਵਾਕ ਨੂੰ 2 ਵਾਕਾਂ ਦੇ ਰਾਹੀਂ ਦਰਸਾਇਆ ਜਾਂਦਾ ਹੈ। ਤਾਂ ਉਸ ਦੇ ਵਿੱਚ ਕੋਮਾ ਉਪਵਾਕ ਦੇ ਰਾਹੀਂ ਕੋਮਾ ਲਗਾ ਕੇ, ਤੇ ਜਾਂ 2 ਤੋਂ ਵੱਧ ਜੋ ਵਾਕ ਹੋਣ ਤਾਂ ਸਧਾਰਨ ਜਾਂ ਸਮਾਨ ਉਪਵਾਕਾਂ ਦੇ ਵਿੱਚ ਤਾਂ ਜਾਂ, ਤੇ, ਅਤੇ, ਪਰ, ਚਾਹੇ, ਫਿਰ, ਵੀ, ਪਰੰਤੂ, ਸਗੋਂ ਆਦਿ ਸਮਾਨ ਯੋਜਕਾਂ ਦੀ ਨਾਲ ਜੋੜੇ ਰਹਿ ਜਾਂਦਾ ਹੈ। ਜਿਸ ਨਾਲ ਉਦਾਹਰਨ ਦੇ ਤੌਰ ਤੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਹੁਣ ਇਹ 2 ਉਪਵਾਕ ਹਨ, ਇਹਨਾਂ 2 ਉਪਵਾਕਾਂ ਨੂੰ ਜੋੜਨ ਦਾ ਕੰਮ ਕੀਤਾ ਹੈ ਯੋਜਕ ਨੇ। ਤਾਂ ਇਸੇ ਤਰ੍ਹਾਂ ਨਾਲ ਖੁਸ਼ਬੂ ਕਵਿਤਾ ਬੋਲਦੀ ਰਹੀ ਅਤੇ ਮੈਂ ਲਿਖਦੀ ਰਹੀ। ਹੁਣ ਮੈਂ ਲਿਖਦੀ ਰਹੀ ਇਹ ਇੱਕ ਉਪਵਾਕ ਹੈ, ਖੁਸ਼ਬੂ ਕਵਿਤਾ ਬੋਲਦੀ ਰਹੀ ਇਹ ਦੂਸਰਾ ਉਪਵਾਕ ਹੈ। ਦੋਨੋਂ ਉਪਵਾਕਾਂ ਨੂੰ ਜੋੜਨ ਦਾ ਕੰਮ ਯੋਜਕ ਦੇ ਰਾਹੀਂ ਹੋਇਆ। ਇਸ ਤਰ੍ਹਾਂ ਜਿਉਂਦੀ ਮੱਛੀ ਵਹਿਣ ਦੇ ਵਿਰੁੱਧ ਚੱਲਦੀ ਹੈ, ਪਰ ਮਰੀ ਹੋਈ ਵਹਿਣ ਦੇ ਨਾਲ ਚੱਲਦੀ ਹੈ। ਹੁਣ ਇਹ ਉਪਵਾਕ ਦੇ ਵਿੱਚ ਲੰਮੇ ਉਪਵਾਕ ਹੈ, ਸੁਤੰਤਰ ਉਪਵਾਕ ਦੀ ਨਿਸ਼ਾਨੀ ਹੈ, ਜਿਸ ਨੂੰ ਟੁੱਟਣ ਨਹੀਂ ਦਿੱਤਾ ਗਿਆ ਵਾਕ ਨੂੰ, ਉਸ ਨੂੰ ਜੋੜਨ ਦਾ ਕੰਮ ਪਰ ਦੇ ਨਾਲ ਕੀਤਾ ਗਿਆ ਹੈ। ਤਾਂ ਉਪਰੋਂਤ ਸੰਯੁਕਤ ਵਾਕ ਵਿੱਚ ਜਾਂ ਅਤੇ ਪਰ ਸਮਾਨ ਯੋਜਕ ਦੀ ਵਰਤੋਂ ਕਰਕੇ ਉਸ ਵਾਕ ਦੀ ਸਮਰੱਥਾ ਵਿੱਚ ਰੱਖਦੇ ਹਨ ਤੇ ਇੱਕ ਦੂਜੇ ਦੇ ਉੱਤੇ ਪੂਰਨ ਤੌਰ ਤੇ ਨਿਰਭਰ ਨਹੀਂ ਹੁੰਦੇ। ਹੁਣ ਨੰਬਰ 3 ਤੇ ਅਸੀਂ ਗੱਲ ਕਰਾਂਗੇ ਮਿਸ਼ਰਤ ਵਾਕ ਦੀ। ਮਿਸ਼ਰਤ ਵਾਕਾਂ ਦੀ ਬਣਤਰ ਅਸਾਵੀਂ ਹੁੰਦੀ ਹੈ। ਜਿਸ ਤਰ੍ਹਾਂ ਸੰਯੁਕਤ ਵਾਕਾਂ ਦੀ ਬਣਤਰ ਸਾਵੀਂ ਹੁੰਦੀ ਹੈ, ਮਿਸ਼ਰਤ ਵਾਕਾਂ ਦੀ ਬਣਤਰ ਅਸਾਵੀਂ ਹੁੰਦੀ ਹੈ, ਜਿਸ ਦਾ ਕੋਈ ਸੁਤੰਤਰ ਰੂਪ ਨਹੀਂ ਹੁੰਦਾ। ਉਹ ਬਿਨਾਂ ਸੁਤੰਤਰਤਾ ਤੋਂ ਇਹਨਾਂ ਦੇ ਵਿੱਚ ਵਿਚਰਦੇ ਨੇ। ਇਹ ਉਪਵਾਕਾਂ ਦੇ ਬਰਾਬਰ ਦੇ ਪੱਧਰ ਤੇ ਨਹੀਂ ਵਿਚਰਦੇ, ਇਹ ਉਹਨਾਂ ਦੇ ਬਿਲਕੁਲ ਉਲਟ ਹੁੰਦੇ ਹਨ। ਜਿਸ ਤਰ੍ਹਾਂ ਨਾਲ ਮਿਸ਼ਰਤ ਵਾਕ ਦੀ ਬਣਤਰ ਵਿੱਚ ਇੱਕ ਉਪਵਾਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਕਾਰਜਸ਼ੀਲ ਹੁੰਦੇ ਹਨ। ਅਧੀਨ ਉਪਵਾਕ ਭਾਵ ਸਵਾਧੀਨ ਤੋਂ ਉਲਟ ਅਧੀਨ ਉਪਵਾਕ। ਉਹ ਉਪਵਾਕ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਰੱਖਦੇ ਹਨ, ਪਰ ਅਧੀਨ ਉਪਵਾਕ ਸੁਤੰਤਰ ਤੌਰ ਤੇ ਨਹੀਂ ਵਿਚਰਦੇ, ਸਗੋਂ ਇਹ ਸਵਾਧੀਨ ਉਪਵਾਕਾਂ ਦੇ ਨਾਲ ਹੀ ਵਿਚਰਦੇ ਹਨ। ਤਾਂ ਮੁੱਖ ਉਪਵਾਕ ਦੇ ਵਿੱਚ ਜਾਂ ਤਾਂ ਸਾਰਥਕਤਾ ਗ੍ਰਹਿਣ ਕਰਦੇ ਹਨ। ਪੰਜਾਬੀ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਅਧੀਨ ਉਪਵਾਕਾਂ ਦੇ ਵਿੱਚ ਯੋਜਕ ਆ ਜਾਂਦੇ ਨੇ, ਕਿਉਂਕਿ, ਜੋ, ਜਿਹੜਾ, ਜਿਸ, ਜਿਵੇਂ, ਜਦੋਂ, ਜਿਸ ਤਰ੍ਹਾਂ, ਜੇ, ਕੀ ਆਦਿ। ਇਹ ਜੱਜੇ ਤੋਂ ਜਿੰਨੇ ਵੀ ਯੋਜਕ ਸ਼ੁਰੂ ਹੁੰਦੇ ਨੇ ਇਹ ਸਾਰੇ ਦੇ ਸਾਰੇ ਅਧੀਨ ਯੋਜਕਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੁੰਦੇ ਨੇ, ਜਿਨ੍ਹਾਂ ਤੋਂ ਅਸੀਂ ਮਿਸ਼ਰਤ ਵਾਕ ਦੀ ਖਾਸ ਤੌਰ ਤੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਮਿਸ਼ਰਤ ਵਾਕ ਦੀ ਨਿਸ਼ਾਨੀ ਹੈ। ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਉਸਨੇ ਕਿਹਾ ਕਿ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਗਿਆ ਹੈ। ਉਸਨੇ ਕਿਹਾ ਮਤਲਬ ਇੱਥੇ ਗੱਲ ਨੂੰ ਬਿਆਨ ਕੀਤਾ ਗਿਆ ਹੈ। ਕੁਝ ਵਿਦਿਆਰਥੀ ਅਜਿਹੇ ਵੀ ਹਨ ਜਿਹੜੇ ਆਪਣੇ ਅਧਿਆਪਕਾਂ ਦਾ ਨਾਂ ਰੁਸ਼ਨਾ ਦਿੰਦੇ ਹਨ। ਤਾਂ ਇਹ ਲੰਮੇ ਵਾਕ ਦੀ ਹੈ। ਲੰਮੇ ਵਾਕ ਦੇ ਵਿੱਚ ਸਾਨੂੰ ਨਾਮ, ਕਿਰਿਆ ਵਿਸ਼ੇਸ਼ਣ ਹਰ ਇੱਕ ਰੂਪ ਦੇ ਰਾਹੀਂ ਸਾਨੂੰ ਨਜ਼ਰ ਆ ਜਾਂਦੇ ਨੇ, ਪਰ ਉਹਦੇ ਵਿੱਚ ਸਾਨੂੰ ਮਿਸ਼ਰਤ ਵਾਕ ਦੀ ਜਿਹੜੀ ਨਿਸ਼ਾਨੀ ਹੈ ਉਹ ਜਿਹੜਾ, ਕੁਝ, ਅਜਿਹੇ ਬਹੁਤ ਸਾਰੇ ਸ਼ਬਦਾਂ ਦੇ ਰਾਹੀਂ ਇਹ ਯੋਜਕ ਰੂਪੀ ਅਧੀਨ ਯੋਜਕ ਰੂਪੀ ਜਿਹੜੇ ਹੈ ਸਾਨੂੰ ਸ਼੍ਰੇਣੀ ਦੇ ਵਿੱਚ ਨਜ਼ਰ ਆ ਜਾਂਦੇ ਆ, ਜੋ ਕਿ ਮਿਸ਼ਰਤ ਵਾਕ ਦੀ ਨਿਸ਼ਾਨੀ ਹੈ। ਹੁਣ ਅਸੀਂ ਕਾਰਜ ਦੇ ਆਧਾਰ ਤੇ ਵਾਕਾਂ ਦੀ ਕਿਸਮਾਂ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। ਕਾਰਜ ਦੇ ਆਧਾਰ ਤੇ ਸਭ ਤੋਂ ਪਹਿਲੇ ਹੈ ਬਿਆਨਿਆ ਵਾਕ। ਬਿਆਨਿਆ ਵਾਕ ਦੇ ਵਿੱਚ ਇਸ ਨੂੰ 2 ਰੂਪਾਂ 'ਚ ਵੰਡਿਆ ਗਿਆ ਹੈ। ਕਹਿੰਦੇ ਬਿਆਨਿਆ ਵਾਕ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਜਾਂਦਾ ਹੈ।
ਜਾਂ ਕਿਸੇ ਘਟਨਾ ਜਾਂ ਵਸਤੂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਤਰ੍ਹਾਂ ਨਾਲ ਮੈਗਜ਼ੀਨ ਦੇ ਵਿੱਚ ਹੋ ਗਈ ਜਾਂ ਆਪਣੇ ਖਬਰਾਂ ਦੇ ਵਿੱਚ ਹੋ ਗਈ, ਜਾਂ ਅਸੀਂ ਜੋ ਸਾਹਿਤ ਪੜ੍ਹਦੇ ਹਾਂ ਉਹਦੇ ਵਿੱਚ ਹੋ ਗਈ, ਜਾਂ ਕਿਸੇ ਵੀ ਸਾਹਿਤ ਦੁਆਰਾ ਲਿਖਿਆ ਗਿਆ ਕੋਈ ਵੀ ਪਾਰਟ ਅਦਾ ਕਰਦਾ ਹੋਇਆ ਨਾਵਲ, ਕਹਾਣੀ ਜਾਂ ਵਾਰਤਕ ਦਾ ਕੋਈ ਵੀ ਰੂਪ ਜਿਸ ਵਿੱਚ ਇੱਕ ਕਥਾਕਾਰ ਆਪਣੀ ਕਹਾਣੀ ਨੂੰ ਬਿਆਨ ਕਰਦਾ ਹੈ, ਤਾਂ ਉਹਦੇ ਵਿੱਚ ਵਿਆਕਰਨਿਕ ਬਣਤਰ ਦੇ ਪੱਖ ਤੋਂ ਇੱਕ ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ ਕੋਈ ਵੀ ਹੋ ਸਕਦਾ ਹੈ। ਇਹਨਾਂ ਵਾਕਾਂ ਦੇ ਅੱਗੋਂ ਦੋ ਰੂਪਾਂ 'ਚ ਇਹਨਾਂ ਦੀ ਵੰਡ ਕੀਤੀ ਆ। ਹਾਂ ਵਾਚਕ, ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਦੇ ਰੂਪ ਵਿੱਚ ਹੋਵੇ ਉਸ ਨੂੰ ਹਾਂ ਵਾਚਕ ਕਹਿੰਦੇ ਆ, ਤੇ ਜਿਸ ਵਾਕ ਦੇ ਵਿੱਚ ਨਾ, ਨਹੀਂ, ਬਿਲਕੁਲ ਵੀ ਨਹੀਂ, ਇਹੋ ਜਿਹੇ ਵਾਕਾਂ ਦੇ ਵਾਚਕ ਦੀ ਤੱਤ ਵਰਤੇ ਜਾਣ ਉਹਨਾਂ ਨੂੰ ਨਾ ਵਾਚਕ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਹਾਂ ਵਾਚਕ ਦੀ ਸ਼੍ਰੇਣੀ 'ਚ ਜੇ ਅਸੀਂ ਗੱਲ ਕਰੀਏ, ਜੋ ਕਿ ਸੱਚੇ ਸੁੱਚੇ ਫਿਕਰੇ ਦੇ ਰੂਪ ਵਿੱਚ, ਸ਼ਬਦਾਂ ਦੇ ਰੂਪ ਵਿੱਚ, ਵਾਕਾਂ ਦੀ ਰਚਨਾ ਦੇ ਰੂਪ ਵਿੱਚ ਜੋ ਬਿਲਕੁਲ ਹੀ ਸਹੀ ਕਹਾਉਂਦੇ ਨੇ ਉਹਨਾਂ ਨੂੰ ਵਰਤਿਆ ਜਾਂਦਾ ਹੈ। ਜਿਵੇਂ ਮੇਰੇ ਦਾਦੀ ਜੀ ਅਨਪੜ੍ਹ ਹਨ, ਮੈਂ ਸਕੂਲ ਦਾ ਕੰਮ ਮੁਕਾ ਲਿਆ ਹੈ, ਮਿਹਨਤੀ ਲੋਕ ਸਗਾ ਸੁੱਖ ਪਾਉਂਦੇ ਹਨ, ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ, ਫੁੱਲ ਕਿੰਨਾ ਸੁੰਦਰ ਹੈ, ਉਹ ਬਹੁਤ ਪਿਆਰਾ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਕਿ ਹਾਂ ਵਾਚਕ ਦੀਆਂ ਨੇ। ਤੇ ਨਾ ਵਾਚਕ ਦੇ ਵਿੱਚ ਨਹੀਂ, ਨਾ, ਅਜਿਹੇ ਵਾਕਾਂ ਤੋਂ ਸਾਨੂੰ ਸਾਫ਼ ਤੌਰ ਤੇ ਪਤਾ ਲੱਗ ਜਾਂਦਾ ਹੈ ਕਿ ਇਹ ਨਾ ਵਾਚਕ ਦੀ ਨਿਸ਼ਾਨੀ ਹੈ। ਜਿਸ ਤਰ੍ਹਾਂ ਬੱਚਿਓ ਫੁੱਲ ਨਾ ਤੋੜੋ, ਨਾ ਤੋਂ ਨਾ ਵਾਚਕ। ਮਿਹਨਤੀ ਲੋਕ ਕਦੇ ਵੀ ਦੁਖੀ ਨਹੀਂ ਹੁੰਦੇ, ਮੈਂ ਇੰਨੀ ਸਰਦੀ ਵਿੱਚ ਨੰਗੇ ਪੈਰ ਨਾ ਤੁਰੋ, ਮੇਰੇ ਦਾਦੀ ਜੀ ਪੜ੍ਹੇ ਲਿਖੇ ਨਹੀਂ ਹਨ। ਤਾਂ ਇਸ ਤਰ੍ਹਾਂ ਨਾਲ ਨਹੀਂ, ਨਾ, ਇਹ ਨਾ ਵਾਚਕ ਦੇ ਰੂਪ ਹਨ। ਪ੍ਰਸ਼ਨਵਾਚਕ, ਜਿਨ੍ਹਾਂ ਵਾਕਾਂ ਦੇ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਜਾਵੇ ਜਾਂ ਪ੍ਰਸ਼ਨ ਕੀਤਾ ਜਾਵੇ ਤਾਂ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ। ਪ੍ਰਸ਼ਨ ਚਿੰਨ੍ਹ, ਤਾਂ ਇੱਕ ਪ੍ਰਸ਼ਨ ਚਿੰਨ੍ਹ ਲਗਾਇਆ ਜਾਂਦਾ ਹੈ, ਇਸ ਨੂੰ ਪ੍ਰਸ਼ਨ ਚਿੰਨ੍ਹ ਵਾਕ ਵੀ ਆਖਦੇ ਹਨ। ਅਜਿਹੇ ਵਾਕਾਂ ਵਿੱਚ ਆਮ ਤੌਰ ਤੇ ਕੀ, ਕਿਉਂ, ਕਿੱਧਰ, ਕਿੱਥੇ, ਕਿਹੜਾ, ਕਿਵੇਂ, ਕਿਸ ਤਰ੍ਹਾਂ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਜਿਵੇਂ ਕਿ ਉਹ ਕਿੱਥੇ ਜਾ ਰਹੇ ਹਨ, ਭਾਰਤ ਕਦੋਂ ਆਜ਼ਾਦ ਹੋਇਆ, ਤੁਸੀਂ ਕਿਹੜੀ ਸ਼੍ਰੇਣੀ ਵਿੱਚ ਪੜ੍ਹਦੇ ਹੋ, ਤੁਹਾਡੀ ਸ਼੍ਰੇਣੀ ਵਿੱਚ ਕਿੰਨੇ ਬੱਚੇ ਹਨ, ਉਸ ਦੀ ਸਿਹਤ ਹੁਣ ਕਿਸ ਤਰ੍ਹਾਂ ਦੀ ਹੈ, ਤੇਰੇ ਭਰਾ ਦਾ ਨਾਂ ਕੀ ਹੈ। ਤਾਂ ਇਸ ਤਰ੍ਹਾਂ ਨਾਲ ਕੀ, ਕਿਸ, ਕਦੋਂ, ਕਿਵੇਂ, ਤਾਂ ਇਸ ਜਿਹੜੀ ਕਿਰਿਆ ਦੇ ਅੰਸ਼ ਨਜ਼ਰ ਆ ਰਹੇ ਨੇ ਇਹ ਪ੍ਰਸ਼ਨਵਾਚਕ ਕਿਰਿਆ ਵਾਚਕ ਦੇ ਰੂਪ ਵਿੱਚ ਨਜ਼ਰ ਆ ਰਹੇ ਨੇ। ਹੁਣ ਅਸੀਂ ਗੱਲ ਕਰਾਂਗੇ ਵਿਸਮੇਵਾਚਕ। ਵਿਸਮੇਵਾਚਕ ਤੋਂ ਭਾਵ ਜਿਸ ਵਾਕ ਦੇ ਵਿੱਚ ਮਨ ਦੀ ਖੁਸ਼ੀ, ਗਮੀ, ਹੈਰਾਨੀ ਆਦਿ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਵਿਸਮੇਵਾਚਕ ਵਾਕ ਕਿਹਾ ਜਾਂਦਾ ਹੈ। ਵਿਸਮੇਵਾਚਕ ਵਾਕ ਦੇ ਵਿੱਚ ਖਾਸ ਤੌਰ ਤੇ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਇਸ ਦੀ ਖਾਸ ਨਿਸ਼ਾਨੀ ਹੈ। ਜਿਵੇਂ ਕਿ ਸਾਡੇ ਕੋਲ ਵਿਸਮੇਵਾਚਕ ਦੇ ਵਿੱਚ ਭਾਵ ਜਿਹੜੇ ਅੰਤਰਗਤ ਦੇ ਵਿੱਚ ਆਉਂਦੇ, ਜਿਸ ਤਰ੍ਹਾਂ ਵਾਹ, ਬੱਲੇ, ਹਾਏ, ਉਫ, ਕਾਸ਼, ਅਜਿਹੇ ਬਹੁਤ ਸਾਰੇ ਸਾਨੂੰ ਵਿਸਮਿਕ ਰੂਪ ਮਿਲ ਜਾਂਦੇ ਆ ਜੋ ਕਿ ਦੁੱਖ ਦੇ, ਸੁੱਖ ਦੇ, ਖੁਸ਼ੀ ਦੇ, ਗਮੀ ਦੇ, ਫਿਟਕਾਰ ਦੇ ਵੱਖ-ਵੱਖ ਭਾਵਾਂ ਨੂੰ ਉਜਾਗਰ ਕਰਦੇ ਨੇ। ਤਾਂ ਅਸੀਂ ਉਸ ਤੋਂ ਬਖੂਬੀ ਸਮਝ ਜਾਂਦੇ ਹਾਂ ਕਿ ਇਹ ਵਿਸਮੇਵਾਚਕ ਦੀ ਨਿਸ਼ਾਨੀ ਹੈ, ਵਿਸਮੇਵਾਚਕ ਦਾ ਰੂਪ ਹਨ। ਤਾਂ ਵਿਸਮੇਵਾਚਕ ਦੇ ਵਿੱਚ ਇਹਨਾਂ ਨੂੰ ਇਸੇ ਤਰ੍ਹਾਂ ਨਾਲ ਦਰਸਾਇਆ ਜਾਂਦਾ ਹੈ, ਵਾਹ ਕਿੰਨਾ ਸੁੰਦਰ ਫੁੱਲ ਹੈ। ਉਸ ਤੋਂ ਬਾਅਦ ਵਿਸਮਿਕ ਚਿੰਨ੍ਹ ਦੀ ਵਰਤੋਂ ਹੁੰਦੀ ਹੈ, ਬੱਲੇ ਉਸਨੇ ਕਿੰਨੀ ਉੱਚੀ ਛਾਲ ਮਾਰੀ, ਹਾਏ ਮੈਂ ਕੀ ਕਰਾਂ। ਹੁਣ ਇਸ ਦੇ ਵਿੱਚ ਵਿਸਮਿਕ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਇਹਦੇ ਵਿੱਚ ਹਾਏ, ਵਾਹ, ਬੱਲੇ, ਉਫ ਕਿੰਨੀ ਗਰਮੀ ਹੈ, ਉਫ ਕਿੰਨੀ ਗਰਮੀ ਹੈ। ਬਹੁਤ ਸਾਰੇ ਸਾਡੇ ਕੋਲ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੇ ਵਿਸਮਿਕ ਚਿੰਨ੍ਹ ਦੇ ਵਾਕ ਮਿਲ ਜਾਂਦੇ ਨੇ। ਕਾਸ਼ ਮੈਂ ਮੰਤਰੀ ਹੁੰਦਾ, ਕਾਸ਼ ਮੈਂ ਮੰਤਰੀ ਹੁੰਦਾ। ਤਾਂ ਵਿਸਮਿਕ ਚਿੰਨ੍ਹ ਦੀ ਨਿਸ਼ਾਨੀ ਦੇ ਵਜੋਂ ਇਹਨਾਂ ਨੂੰ ਦਰਸਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਧਿਆਨ ਦੇਣ ਯੋਗ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਪਿੱਛੇ ਲੱਗੇ ਹੋਏ ਵਾਕ ਦੇ ਪ੍ਰਗਟਾਓ ਤੋਂ, ਵਾਕ ਦੇ ਚਿੰਨ੍ਹਾਂ ਤੋਂ ਵਿਸਮਿਕ ਚਿੰਨ੍ਹ ਦੀ ਪਛਾਣ ਹੁੰਦੀ ਹੈ। ਹੁਣ ਅੱਗੇ ਹੈ ਆਗਿਆਵਾਚਕ ਵਾਕ। ਜਿਸ ਵਾਕ ਦੇ ਵਿੱਚ ਕਿਸੇ ਨੂੰ ਆਗਿਆ ਜਾਂ ਹੁਕਮ ਦਿੱਤੇ ਜਾਣ, ਭਾਵ ਉਜਾਗਰ ਹੁੰਦੇ ਨੇ, ਉਹਨਾਂ ਦੇ ਵਿੱਚ ਕਰਤਾ ਅਣਹੋਦ ਹੁੰਦੀ ਹੈ। ਕਈ ਵਾਰੀ ਵਾਕਾਂ ਦੇ ਵਿੱਚ ਆਦਰ ਦੇ ਤੌਰ ਤੇ, ਕਿਰਪਾ ਦੇ ਤੌਰ ਤੇ, ਜੀ ਦੇ ਤੌਰ ਤੇ ਸ਼ਬਦਾਂ ਦੀ ਵਰਤੋਂ ਕਰ ਲਈ ਜਾਂਦੀ ਹੈ, ਕਿਉਂਕਿ ਆਦਰਵਾਚਕ ਦੇ ਰੂਪ ਦੇ ਵਿੱਚ ਕਿਰਪਾ, ਜੀ ਇਹ ਸ਼ਬਦ ਜਿਹੜੇ ਆ ਆਮ ਤੌਰ ਤੇ ਵਰਤੇ ਜਾਂਦੇ ਆ।
ਆਗਿਆ ਲੈਣ ਲਈ ਕਿਰਪਾ ਕਰਕੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਆਓ ਸਕੂਲ ਚੱਲੀਏ, ਚਾਹ ਲਿਆਓ ਹੁਕਮਵਾਚਕ, ਕਿਰਪਾ ਕਰਕੇ ਚੁੱਪ ਕਰ ਜਾਓ ਆਗਿਆਵਾਚਕ, ਤਾਂ ਆਓ ਜੀ ਚੱਲੀਏ। ਇਸ ਤਰ੍ਹਾਂ ਨਾਲ ਆਓ ਜੀ ਇਸ ਦੇ ਵਿੱਚ ਆਗਿਆ ਲੈ ਕੇ ਜਾਂ ਬਿਆਨਿਆ ਕਰਕੇ ਜਾਂ ਕਿਸੇ ਦੇ ਅੱਗੇ ਆਰਡਰ ਕਰਕੇ ਜਾਂ ਕਿਸੇ ਦੇ ਅੱਗੇ ਹੁਕਮ ਕਰਕੇ ਅਸੀਂ ਇਹ ਵਾਕ ਦੇ ਵਿੱਚ ਸੰਰਚਨਾ ਰਾਹੀਂ ਬੋਲਦੇ ਹਾਂ, ਤਾਂ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਵਾਕ ਜਿਹੜੇ ਇਸ ਤਰ੍ਹਾਂ ਨਾਲ ਵਰਤੇ ਜਾਂਦੇ ਨੇ। ਨੰਬਰ 6 ਤੇ ਹੈ ਇੱਛਾਵਾਚਕ ਵਾਕ। ਇਹਨਾਂ ਵਾਕਾਂ ਦੇ ਵਿੱਚ ਕਿਸੇ ਵੀ ਸ਼ੁਭ ਇੱਛਾਵਾਂ ਜਾਂ ਅਸੀਸ ਦੇਣ ਦੇ ਲਈ ਭਾਵ ਪ੍ਰਗਟ ਕੀਤੇ ਜਾਣ ਤਾਂ ਉਹਨਾਂ ਵਾਕਾਂ ਨੂੰ ਇੱਛਾਵਾਚਕ ਜਾਂ ਅਸੀਸਵਾਚਕ ਵਾਕ ਵੀ ਕਹਿ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਨਾਲ ਰੱਬ ਤੈਨੂੰ ਸੁਖੀ ਰੱਖੇ, ਤੈਨੂੰ ਤੱਤੀ ਵਾਹ ਨਾ ਲੱਗੇ, ਤੇਰੀ ਦੇਹ ਨਰੋਈ ਰਹੇ, ਸਦਾ ਸੁਖੀ ਰਹੋ, ਜੀ ਆਇਆਂ ਨੂੰ। ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਕੋਲ ਇੱਛਾਵਾਚਕ ਜਾਂ ਸ਼ੁਭ ਅਸੀਸ ਦੇਣ ਦੇ ਲਈ ਭਾਵ ਜਿਹੜੇ ਪ੍ਰਗਟ ਕਰਨ ਤੇ ਵਾਕਾਂ ਦੀ ਰਚਨਾ ਕੀਤੀ ਜਾਂਦੀ ਹੈ, ਉਹਨਾਂ ਨੂੰ ਅਸੀਂ ਅਸੀਸਵਾਚਕ ਜਾਂ ਇੱਛਾਵਾਚਕ ਵਾਕਾਂ ਦੇ ਵਿੱਚ ਵਰਤ ਲੈਂਦੇ ਹਾਂ। ਹੁਣ ਉਦਾਹਰਨ ਦੇ ਤੌਰ ਤੇ ਸਧਾਰਨ ਵਾਕ ਤੋਂ ਸੰਯੁਕਤ ਵਾਕ ਵਿੱਚ ਕਿਸ ਤਰ੍ਹਾਂ ਨਾਲ ਦਰਸਾਇਆ ਗਿਆ ਹੈ, ਜੋ ਕਿ ਤੁਹਾਡੇ ਸਾਹਮਣੇ ਹੈ। ਸਧਾਰਨ ਵਾਕ ਤੋਂ ਕਿਹੜੇ ਕਿਹੜੇ ਰੂਪ ਜਿਹੜੇ ਸਾਡੇ ਸਾਹਮਣੇ ਆ ਰਹੇ ਨੇ। ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ। ਹੁਣ ਉਸੇ ਤਰ੍ਹਾਂ ਸੰਯੁਕਤ ਵਾਕ ਦੇ ਵਿੱਚ ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਕਰੋ। ਇਸੇ ਤਰ੍ਹਾਂ ਸੰਯੁਕਤ ਵਾਕ ਤੇ ਸਧਾਰਨ ਵਾਕ ਦੇ ਰੂਪ ਮਿਲ ਜਾਂਦੇ ਆ। ਸੂਰਜ ਨਿਕਲਿਆ ਤੇ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਤੇ ਸਧਾਰਨ ਵਾਕ ਦੇ ਵਿੱਚ ਜੇ ਅਸੀਂ ਦੇਖੀਏ, ਸੂਰਜ ਨਿਕਲਦੇ ਸਾਰ ਹੀ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਸਧਾਰਨ ਤੋਂ ਮਿਸ਼ਰਤ ਦੇ ਵਿੱਚ ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ। ਮਿਸ਼ਰਤ ਵਾਕ ਵਿੱਚ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਮਿਸ਼ਰਤ ਵਾਕ ਦੇ ਵਿੱਚ ਜਦ ਵਿਪਤਾ ਪਵੇ ਤਦ ਧੀਰਜ ਰੱਖੋ, ਤੇ ਸਧਾਰਨ ਵਾਕ ਦੇ ਵਿੱਚ ਵਿਪਤਾ ਸਮੇਂ ਧੀਰਜ ਰੱਖੋ। ਇਸੇ ਤਰ੍ਹਾਂ ਨਾਲ ਸਾਡੇ ਕੋਲ ਅੱਗੇ ਵੀ ਉਪਵਾਕ ਦੀਆਂ ਨਿਸ਼ਾਨੀਆਂ ਮਿਲ ਜਾਂਦੀਆਂ ਹੈ, ਜਿਨ੍ਹਾਂ ਦੇ ਵਿੱਚ ਹੈ ਬਜ਼ੁਰਗਾਂ ਦੀ ਸੇਵਾ ਕਰੋ ਤੇ ਉਹਨਾਂ ਦੀਆਂ ਅਸੀਸਾਂ ਲਓ, ਸੰਯੁਕਤ ਵਾਕ। ਤੇ ਮਿਸ਼ਰਤ ਵਾਕ ਵਿੱਚ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਉਹ ਤੁਹਾਨੂੰ ਅਸੀਸਾਂ ਦੇਣਗੇ। ਇਸੇ ਤਰ੍ਹਾਂ ਮਿਸ਼ਰਤ ਵਾਕ ਤੋਂ ਸੰਯੁਕਤ ਵਾਕ ਵਿੱਚ ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਤੁਸੀਂ ਸੁਖੀ ਨਹੀਂ ਹੋ। ਇਸੇ ਤਰ੍ਹਾਂ ਨਾਲ ਸੰਯੁਕਤ ਵਾਕ ਵਿੱਚ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ। ਹਾਂ ਵਾਚਕ ਤੇ ਨਾ ਵਾਚਕ ਦੇ ਵਾਕਾਂ ਦੀ ਉਦਾਹਰਨ ਦੇ ਤੌਰ ਤੇ ਮਿਹਨਤ ਸਫਲ ਹੋਈ, ਮਿਹਨਤ ਵਿਅਰਥ ਨਹੀਂ ਗਈ। ਨਾਵਾਚਕ ਚੋਂ ਕਦੇ ਝੂਠ ਨਹੀਂ ਬੋਲਦਾ, ਉਹ ਹਮੇਸ਼ਾ ਸੱਚ ਬੋਲਦਾ ਹੈ। ਪ੍ਰਸ਼ਨਵਾਚਕ ਵਾਕ ਵਿੱਚ ਤੁਹਾਡਾ ਕੀ ਨਾਮ ਹੈ। ਸਧਾਰਨ ਵਾਕ ਦੇ ਵਿੱਚ ਅਸੀਂ ਤੁਸੀਂ ਆਪਣਾ ਨਾਮ ਦੱਸੋ। ਸਧਾਰਨ ਵਾਕ ਦੇ ਵਿੱਚ ਤੁਸੀਂ ਸਿਆਣਪ ਨੂੰ, ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ, ਤੇ ਪ੍ਰਸ਼ਨਵਾਚਕ ਦੇ ਵਿੱਚ ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ। ਇਸੇ ਤਰ੍ਹਾਂ ਨਾਲ ਸਾਡੇ ਕੋਲ ਸਧਾਰਨ ਵਾਕ ਦੇ ਵਿੱਚ ਫੁੱਲ ਬਹੁਤ ਸੁੰਦਰ ਹੈ ਤੇ ਵਿਸਮੇਵਾਚਕ ਦੇ ਵਿੱਚ ਕਿੰਨਾ ਸੁੰਦਰ ਫੁੱਲ ਹੈ। ਵਿਸਮੇਵਾਚਕ ਵਾਕ ਦੇ ਵਿੱਚ ਕਾਸ਼ ਮੈਂ ਡਾਕਟਰ ਹੁੰਦਾ। ਸਧਾਰਨ ਵਾਕ ਵਿੱਚ ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ। ਇਸੇ ਤਰ੍ਹਾਂ ਨਾਲ ਕਰਤਰੀ ਤੇ ਕਰਮਣੀ ਵਾਚ ਵੀ ਸਾਨੂੰ ਰੂਪਾਂ ਦੇ ਵਿੱਚ ਮਿਲ ਜਾਂਦੇ ਆ। ਕਰਤਰੀ ਤੇ ਕਰਮਣੀ ਵਾਚ ਕੀ ਕਹਾਉਂਦੇ ਨੇ, ਉਹਨਾਂ ਬਾਰੇ ਵੀ ਵਿਚਾਰ ਚਰਚਾ ਕਰਨੀ ਬਣਦੀ ਹੈ। ਜਿਨ੍ਹਾਂ ਵਾਕਾਂ ਦੇ ਵਿੱਚ ਕਰਤਰੀ ਕਰਤਾ ਦੀ ਗੱਲ ਹੋਵੇ, ਕਰਤਾ ਪਲਸ ਕਿਰਿਆ, ਉਹਨਾਂ ਵਾਕਾਂ ਨੂੰ ਕਰਤਰੀ ਵਾਚ ਕਿਹਾ ਜਾਂਦਾ ਹੈ। ਤੇ ਜਿਨ੍ਹਾਂ ਵਾਕਾਂ ਦੇ ਵਿੱਚ ਕਰਤਾ ਪਲਸ ਕਰਮ ਪਲਸ ਕਿਰਿਆ, ਕਰਮ ਦੀ ਗੱਲ ਹੋਵੇ, ਉਹਨਾਂ ਨੂੰ ਕਰਤਰੀ ਤੇ ਕਰਮਣੀ ਵਾਚ ਕਿਹਾ ਜਾਂਦਾ ਹੈ। ਇਹ ਇਹਨਾਂ ਦੀ ਖਾਸ ਨਿਸ਼ਾਨੀ ਹੈ। ਜਿਸ ਤਰ੍ਹਾਂ ਨਾਲ ਮੈਂ ਰੋਟੀ ਖਾ ਰਿਹਾ ਹਾਂ, ਮੈਂ ਕਰਤਾ ਰੋਟੀ ਖਾ ਰਿਹਾ ਹਾਂ, ਰੋਟੀ ਕਰਮ, ਮਤਲਬ ਜਿਹੜਾ ਕੰਮ ਜਿਸ ਕਰਤਾ ਦੇ ਦੁਆਰਾ ਹੋ ਰਿਹਾ ਹੈ ਤਾਂ ਉਹਦੇ ਬਾਰੇ ਦੱਸਾਇਆ ਜਾ ਰਿਹਾ। ਜਿਸ ਤਰ੍ਹਾਂ ਰੋਟੀ ਮੈਥੋਂ ਖਾਧੀ ਜਾ ਰਹੀ ਹੈ, ਮੈਥੋਂ ਤੋਂ ਭਾਵ ਹੈ ਕਿ ਕਰਤਾ ਦੇ ਦੁਆਰਾ ਜੋ ਕਾਰਜ ਹੋ ਰਿਹਾ, ਕਰਮ ਹੋ ਰਿਹਾ, ਤਾਂ ਉਹ ਕਰਮਣੀ ਵਾਚ ਹੈ। ਜੋ ਕਰਤਾ ਦੇ ਰਾਹੀਂ ਸਿਰਫ ਤੇ ਸਿਰਫ ਕਰਤਾ ਦੇ ਕਿਰਿਆ ਦੀ ਗੱਲ ਕੀਤੀ ਜਾਵੇ, ਉਹ ਵਾਕ ਕਰਤਰੀ ਵਾਚਕ ਹੁੰਦੇ ਹੈ। ਜਿਸ ਤਰ੍ਹਾਂ ਖਾਣਾ ਪਰੋਸ ਦਿਓ,
ਇਹ ਕਰਤਰੀ ਵਾਕ ਹੈ ਜਿਸ ਵਿੱਚ ਕਰਤਾ ਪਲਸ ਕਿਰਿਆ ਦੀ ਗੱਲ ਹੋ ਰਹੀ ਹੈ। ਕਰਮਣੀ ਖਾਣਾ ਪਰੋਸ ਦਿੱਤਾ ਜਾਵੇ, ਜਿਹਦੇ ਵਿੱਚ ਕੱਲੀ ਦੇ ਕੱਲੀ ਕਰਮ ਦੀ ਗੱਲ ਤੇ ਕਿਰਿਆ ਦੀ ਗੱਲ ਹੋ ਰਹੀ ਹੈ। ਇਸੇ ਤਰ੍ਹਾਂ ਕਰਤਰੀ ਵਾਚ ਵਿੱਚ ਮਾਲੀ ਨੇ ਬੂਟਿਆਂ ਨੂੰ ਪਾਣੀ ਦਿੱਤਾ, ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ, ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ। ਤਾਂ ਭਾਵ ਹੈ ਦੁਆਰਾ, ਰਾਹੀਂ। ਇਹ ਕਰਮਣੀ ਵਾਚ ਦੇ ਵਿੱਚ ਵਰਤੇ ਜਾਂਦੇ ਆ। ਕਰਮਣੀ ਵਾਚ ਦੇ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਹੈ ਦੁਆਰਾ, ਰਾਹੀਂ, ਮੈਥੋਂ, ਬਹੁਤ ਸਾਰੇ ਐਸੇ ਅੰਸ਼ਾਂ ਦੀ ਵਰਤੋਂ ਕਰਕੇ ਕਰਮਣੀ ਵਾਚ ਵਿੱਚ ਦੁਹਰਾਏ ਜਾਂਦੇ ਨੇ। ਤੇ ਜਿਸ ਵਾਕ ਦੇ ਵਿੱਚ ਕਰਤਾ ਤੇ ਕਿਰਿਆ ਦੇ ਵਿੱਚ ਗੱਲ ਹੋ ਰਹੀ ਹੋਵੇ ਉਹਨਾਂ ਨੂੰ ਅਸੀਂ ਕਰਤਰੀ ਵਾਚ ਦੇ ਵਿੱਚ ਵਰਤਦੇ ਹਾਂ। ਤਾਂ ਇਹ ਸੀ ਪਿਆਰੇ ਦੋਸਤੋ ਤੁਹਾਡੇ ਨਾਲ ਵਾਕ ਵਟਾਂਦਰਾ, ਉਪਵਾਕ ਤੇ ਵਾਕਾਂ ਦੇ ਛੋਟੇ ਛੋਟੇ ਵਾਕਾਂਸ਼ਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਇਹਨਾਂ ਨੂੰ ਅਭਿਆਸ ਦੇ ਤੌਰ ਤੇ ਸਮਝਣ ਦੀ ਲੋੜ ਹੈ। ਜਿੰਨਾ ਹੋ ਸਕੇ ਇਹਨਾਂ ਨੂੰ ਪੂਰਨ ਤੌਰ ਤੇ ਅਭਿਆਸੀ ਕਰਕੇ ਦੇਖੋ ਤਾਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਜਾਂਚ ਸਕਦੇ ਹਾਂ ਤੇ ਪੂਰਨ ਤੌਰ ਤੇ ਪ੍ਰੀਖਿਆ ਵਿੱਚ ਵਧੀਆ ਨੰਬਰ ਲੈ ਸਕਦੇ ਹਾਂ। ਧੰਨਵਾਦ।